subscribe this channel. ਅੱਜ ਦਾ ਆਪਣਾ ਟੌਪਿਕ ਹੈਗਾ ਇਨਪੁਟ ਆਊਟਪੁੱਟ ਇੰਟਰਫੇਸ। ਬਟ ਇਸ ਤੋਂ ਪਹਿਲਾਂ ਆਪਾਂ ਇੰਟਰਫੇਸਿਸ ਬਾਰੇ ਜਾਣਦੇ ਹਾਂ ਕਿ ਇੰਟਰਫੇਸਿਸ ਹੁੰਦੇ ਕੀ ਨੇ। Interface is a shared boundary between two separate components of the computer system which can be used to attach two or more components to the system for communication purpose। ਕਹਿੰਦੇ ਜਦੋਂ ਆਪਾਂ ਕਮਿਊਨੀਕੇਸ਼ਨ ਪਰਪਸ ਦੇ ਲਈ ਇੱਕ ਜਾਂ ਇੱਕ ਤੋਂ ਵੱਧ, ਠੀਕ ਹੈ, ਮਤਲਬ ਕਿ ਦੋ ਤੋਂ ਵੱਧ ਕੰਪੋਨੈਂਟਸ ਨੂੰ ਯੂਜ਼ ਕਰਦੇ ਹਾਂ, ਇਕੱਠਾ ਕਰਦੇ ਹਾਂ ਉਹਨਾਂ ਦੇ ਕੰਪਿਊਟਰ ਸਿਸਟਮ ਦੇ ਵਿੱਚ, ਉਹਨੂੰ ਕੀ ਕਿਹਾ ਜਾਂਦਾ? ਇੰਟਰਫੇਸ। ਦੋ ਟਾਈਪ ਦੇ ਇੰਟਰਫੇਸ ਹੁੰਦੇ ਨੇ, ਇੱਕ CPU ਇੰਟਰਫੇਸ ਔਰ ਇੱਕ ਇਨਪੁਟ ਆਊਟਪੁੱਟ ਇੰਟਰਫੇਸ। ਆਪਾਂ ਪੜ੍ਹਨਾ ਇਨਪੁਟ ਆਊਟਪੁੱਟ ਇੰਟਰਫੇਸ ਬਾਰੇ। ਇਹ ਕੀ ਹੁੰਦਾ? ਪੈਰੀਫੈਰਲ ਇਜ਼ ਕਨੈਕਟਡ ਟੂ ਅ ਕੰਪਿਊਟਰ ਨੀਡ ਸਪੈਸ਼ਲ ਕਮਿਊਨੀਕੇਸ਼ਨ ਲਿੰਕਸ ਫॉर ਇੰਟਰਫੇਸਿੰਗ ਵਿਦ CPU। ਕਹਿੰਦੇ ਜਿਹੜੀਆਂ ਪੈਰੀਫੈਰਲਸ ਦਾ ਮਤਲਬ ਵੀ ਜਿਹੜੀਆਂ ਅਲੱਗ-ਅਲੱਗ ਹੋਰ ਡਿਵਾਈਸਿਸ ਕਨੈਕਟ ਹੁੰਦੀਆਂ ਨੇ CPU ਦੇ ਨਾਲ, ਐਕਸਟਰਾ ਡਿਵਾਈਸਿਸ ਕਨੈਕਟ ਹੁੰਦੀਆਂ ਨੇ CPU ਨਾਲ, ਉਹਨਾਂ ਨੂੰ ਇੰਟਰਫੇਸ ਕਰਨ ਲਈ ਆਪਾਂ ਨੂੰ ਇਨਪੁਟ ਆਊਟਪੁੱਟ ਇੰਟਰਫੇਸ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ। ਮਤਲਬ ਕਿ CPU ਅਤੇ ਪੈਰੀਫੈਰਲ ਦੇ ਵਿਚਕਾਰ ਸਪੈਸ਼ਲ ਹਾਰਡਵੇਅਰ ਕੰਪੋਨੈਂਟਸ ਨੇ ਜਿਹੜੇ ਉਹ ਯੂਜ਼ ਹੁੰਦੇ ਨੇ ਇਨਪੁਟ ਆਊਟਪੁੱਟ ਡੇਟਾ ਜਿਹੜਾ ਟਰਾਂਸਫਰ ਕਰਨ ਲਈ, ਠੀਕ ਹੈ। ਉਹਦੇ ਲਈ ਆਪਣੇ ਕੋਲ ਦੋ ਤਰ੍ਹਾਂ ਦੇ ਪੋਰਟਸ ਨੇ ਜਿਹੜੇ ਯੂਜ਼ ਹੁੰਦੇ ਨੇ, ਇੱਕ ਇੰਟਰਨਲ ਪੋਰਟ ਔਰ ਇੱਕ ਐਕਸਟਰਨਲ ਪੋਰਟ। ਇੰਟਰਨਲ ਪੋਰਟਸ ਹੁੰਦੇ ਨੇ ਜਿਹੜੇ ਮਤਲਬ ਕਿ CPU ਦੇ ਅੰਦਰ ਕੰਮ ਕਰਦੇ ਨੇ, ਅੰਦਰ ਲੱਗੇ ਹੁੰਦੇ ਨੇ, ਜਿਵੇਂ ਮਦਰਬੋਰਡ ਦੇ ਵਿੱਚ ਜਾਂ ਹਾਰਡ ਡਿਸਕ ਡਰਾਈਵ, CD ਡਰਾਈਵ। ਇੰਟਰਨਲ ਮੋਡਮ ਜਿਹੜੇ ਮਤਲਬ ਕਿ CPU ਦੇ ਅੰਦਰਲਾ ਹਿੱਸਾ ਹੁੰਦਾ, ਉਹਦੇ ਵਿੱਚ ਜਿਹੜੇ ਪਾਰਟਸ ਨੇ ਆਪਸ 'ਚ ਕਨੈਕਟ ਹੁੰਦੇ ਨੇ CPU ਦੇ ਨਾਲ, ਉਹ ਹੁੰਦੇ ਨੇ ਇੰਟਰਨਲ ਪੋਰਟਸ। ਸਾਈਡ ਬਣੇ ਹੁੰਦੇ ਨੇ, ਜਿਵੇਂ ਆਪਾਂ CPU ਦੇ ਵਿੱਚ ਕੀਬੋਰਡ ਅਟੈਚ ਕਰਨਾ ਹੋਵੇ, ਮਾਊਸ ਅਟੈਚ ਕਰਨਾ ਹੋਵੇ, USB ਪ੍ਰਿੰਟਰਸ ਅਟੈਚ ਕਰਨੇ ਹੋਣ, ਠੀਕ ਹੈ, ਉਹਨਾਂ ਵਾਸਤੇ ਜਿਹੜੇ ਪਿੱਛੇ ਮਤਲਬ ਕਿ CPU ਦੇ ਪਿੱਛੇ ਉਹ ਬਣੇ ਹੁੰਦੇ ਨੇ, ਛੋਟੇ ਛੋਟੇ ਪੋਰਟਸ ਬਣੇ ਹੁੰਦੇ ਨੇ, ਉਹਨਾਂ ਨੂੰ ਕੀ ਕਹਿੰਦਾ? ਐਕਸਟਰਨਲ ਪੋਰਟਸ। ਜਿਵੇਂ ਦੇਖੋ ਡਾਇਗਰਾਮ ਦੇ ਵਿੱਚ ਅਲੱਗ-ਅਲੱਗ ਪੋਰਟਸ ਦਿੱਤੇ ਹੋਏ ਨੇ, ਠੀਕ ਹੈ। ਇਹ ਸਾਰੇ ਪੋਰਟਸ ਤੁਹਾਨੂੰ ਪਤਾ ਵੀ ਇਹ CPU ਦੇ ਬੈਕ ਸਾਈਡ 'ਤੇ ਹੁੰਦੇ ਨੇ, ਇਹਨਾਂ ਨੂੰ ਹੀ ਪੋਰਟਸ ਕਹਿੰਦਾ, ਇੰਟਰਨਲ ਔਰ ਐਕਸਟਰਨਲ, ਠੀਕ ਹੈ। ਜਿਹੜੇ ਅੰਦਰ ਵਾਲੀ ਸਾਈਡ ਹੁੰਦੇ ਨੇ ਉਹ ਇੰਟਰਨਲ ਹੁੰਦੇ ਨੇ, ਜਿਹੜੇ ਬਾਹਰ ਆਪਾਂ ਨੂੰ ਸ਼ੋਅ ਹੋ ਰਹੇ ਹੁੰਦੇ ਨੇ ਉਹ ਕੀ ਹੁੰਦੇ ਨੇ? ਐਕਸਟਰਨਲ ਪੋਰਟਸ ਹੁੰਦੇ ਨੇ, ਠੀਕ ਹੈ। ਸਭ ਤੋਂ ਪਹਿਲਾਂ ਜਿਵੇਂ ਸੀਰੀਅਲ ਪੋਰਟਸ ਦੇ ਵਿੱਚ ਕੀ ਹੁੰਦਾ? ਜਿਵੇਂ ਪਿਕਚਰ ਦੇ ਵਿੱਚ ਤੁਹਾਨੂੰ ਸ਼ੋਅ ਹੋ ਰਹੇ ਨੇ, ਇਹਦੇ ਵਿੱਚ ਕੀ ਹੁੰਦਾ ਨੇ? ਇਹਦੇ ਵਿੱਚ ਹੁੰਦੇ ਨੇ 8 ਬਿਟਸ ਵਾਲੇ ਹੁੰਦੇ ਨੇ, ਟਰਾਂਸਮਿਸ਼ਨ ਹੁੰਦੇ ਆ ਜਾਂ ਤਾਂ ਆਪਣੇ ਕੋਲ ਨੋਰਮਲੀ 9 ਪਿੰਨ ਹੁੰਦੇ ਨੇ ਕਿਸੇ ਦੇ ਵਿੱਚ, ਜਾਂ ਹੋਣਗੇ 25 ਪਿੰਨ। ਇਹ 'ਚ ਮੇਲ ਕਨੈਕਟਰਸ ਹੁੰਦੇ ਨੇ, ਠੀਕ ਹੈ, ਕਮਿਊਨੀਕੇਸ਼ਨ ਵਾਸਤੇ, ਠੀਕ ਹੈ। ਜਿਵੇਂ ਇਹ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਸ ਰਹੇ ਨੇ ਨਾ, ਇਹ ਵਾਲੇ ਪੋਰਟਸ ਹੁੰਦੇ ਨੇ, ਠੀਕ ਹੈ ਨਾ। ਇਹ ਤੁਸੀਂ ਆਪਣੇ CPU ਦੇ ਬੈਕ ਸਾਈਡ 'ਤੇ ਦੇਖ ਸਕਦੇ ਹੋ। ਇੱਕ ਹੁੰਦੇ ਨੇ ਪੈਰਲਰ ਪੋਰਟਸ ਹੁੰਦੇ ਨੇ ਜਿਹੜੇ ਇਹ ਵਾਲੇ ਹੁੰਦੇ ਨੇ। ਇਹ ਕੀ ਹੁੰਦੇ ਨੇ? 25 ਪਿੰਨ ਵਾਲੇ ਹੁੰਦੇ ਨੇ, ਜਿਹੜੇ ਫੀਮੇਲ ਪਿੰਸ ਹੁੰਦੇ ਨੇ। ਉੱਪਰ ਵਾਲੇ ਮੇਲ ਪਿੰਸ ਹੁੰਦੇ ਨੇ, ਨੀਚੇ ਵਾਲੇ ਕੀ ਹੁੰਦੇ ਨੇ? ਫੀਮੇਲ ਪਿੰਸ। ਮੇਲ ਅਤੇ ਫੀਮੇਲ ਦੇ ਵਿੱਚ ਕੀ ਫਰਕ ਹੈ? ਜਿਹੜੇ ਮੇਲ ਪਿੰਸ ਹੁੰਦੇ ਨੇ ਉਹ ਦੇਖਿਓ, ਉਹ ਨਾ ਹੁੰਦੇ ਨੇ ਵਿੱਚ ਉਹਨਾਂ ਵਿੱਚ ਤਾਰਾਂ ਜਿਹੀਆਂ ਲੱਗੀਆਂ ਹੁੰਦੀਆਂ ਨੇ ਨਿੱਕੀਆਂ, ਠੀਕ ਹੈ, ਜਿਵੇਂ ਤੁਹਾਨੂੰ ਫੋਟੋ ਦੇ ਵਿੱਚ ਦਿਸ ਰਿਹਾ। ਔਰ ਜਿਹੜੇ ਫੀਮੇਲ ਹੁੰਦੇ ਨੇ ਉਹ ਐਵੇਂ ਹੁੰਦੇ ਨੇ, ਠੀਕ ਹੈ। ਉਹਨਾਂ ਦੇ ਵਿੱਚ ਆਪਾਂ ਨੂੰ ਵਾਇਰਸ ਨੇ ਜਿਹੜੀਆਂ ਛੋਟੀਆਂ ਉਹ ਨਹੀਂ ਦਿਸਦੀਆਂ ਹੁੰਦੀਆਂ, ਠੀਕ ਹੈ। USB ਪੋਰਟਸ ਤੋਂ ਤੁਹਾਨੂੰ ਪਤਾ ਹੀ ਵੀ, ਜਿਹਦੇ ਥਰੂ ਆਪਾਂ USB ਕਨੈਕਟ ਕਰਦੇ ਹਾਂ, ਠੀਕ ਹੈ। ਇਹ USB ਹੈ। USB ਜਿਹੜੇ ਵਿੱਚ ਪੋਰਟਸ ਦੇ ਵਿੱਚ ਆਪਾਂ USB ਪਾਉਂਦੇ ਹਾਂ, ਉਹਨਾਂ ਨੂੰ USB ਪੋਰਟਸ ਕਿਹਾ ਜਾਂਦਾ। ਇੱਕ ਹੁੰਦੇ ਨੇ PS2 ਪੋਰਟ। ਇਹ ਕੀ ਹੁੰਦੇ ਨੇ? ਇਹ ਫੀਮੇਲ ਪਿੰਸ ਹੁੰਦੀਆਂ ਨੇ, 'ਚ 6 ਪਿੰਨ ਵਾਸਤੇ ਹੁੰਦੀਆਂ ਨੇ। ਇਹ ਮਾਊਸ ਔਰ ਕੀਬੋਰਡ ਨੂੰ ਕਨੈਕਟ ਕਰਨ ਵਾਸਤੇ ਹੁੰਦੀਆਂ ਨੇ। ਇਨਫਰਾਰੈੱਡ ਪੋਰਟਸ ਕਿਹੜੇ ਹੁੰਦੇ ਨੇ? ਇਹ ਹੁੰਦੇ ਨੇ ਜਿਹੜੇ ਵਾਇਰਲੈਸ ਡੇਟਾ ਨੂੰ ਐਕਸਚੇਂਜ ਕਰਨ ਵਾਸਤੇ ਯੂਜ਼ ਹੁੰਦੇ ਨੇ, ਠੀਕ ਹੈ। ਇਹਨਾਂ ਨੂੰ ਕੀ ਕਹਿੰਦਾ? ਇਨਫਰਾਰੈੱਡ ਪੋਰਟਸ, ਠੀਕ ਹੈ, ਜਿਨ੍ਹਾਂ ਦੇ ਵਿੱਚ ਇਨਫਰਾਰੈੱਡ ਲਾਈਟਸ ਵੀ ਯੂਜ਼ ਹੁੰਦੀਆਂ ਨੇ ਡੇਟਾ ਨੂੰ ਸ਼ੇਅਰ ਕਰਨ ਵਾਸਤੇ। ਬਲੂਟੁੱਥ ਪੋਰਟ ਵਾਸਤੇ ਤੁਹਾਨੂੰ ਪਤਾ ਵੀ ਜਿਹੜੇ ਆਪਾਂ ਬਲੂਟੁੱਥ ਦਾ ਕਨੈਕਟਰ ਹੁੰਦਾ, ਉਹ ਆਪਾਂ ਯੂਜ਼ ਕਰਕੇ ਬਲੂਟੁੱਥ ਨੂੰ ਯੂਜ਼ ਕਰਦੇ ਹਾਂ ਅਲੱਗ-ਅਲੱਗ ਫੋਨਸ ਦੇ ਵਿੱਚ, ਠੀਕ ਹੈ। ਫਾਇਰਵਾਇਰ ਪੋਰਟ ਕਿਹੜਾ ਹੁੰਦਾ? ਫਾਇਰਵਾਇਰ ਪੋਰਟ ਹੁੰਦਾ ਜਿਹੜਾ ਐਪਲ ਕੰਪਿਊਟਰਸ ਦੇ ਵਿੱਚ ਜ਼ਿਆਦਾਤਰ ਇਹ ਯੂਜ਼ ਹੁੰਦਾ, ਜਿਹੜਾ ਹਾਈ ਸਪੀਡ ਕਮਿਊਨੀਕੇਸ਼ਨ ਵਾਸਤੇ ਇਹ ਯੂਜ਼ ਹੁੰਦਾ, ਠੀਕ ਹੈ। ਨੈਕਸਟ ਟੌਪਿਕ ਹੈਗਾ ਬੱਸ ਕੀ ਹੁੰਦਾ? ਬੱਸ ਇਜ਼ ਅ ਸੈੱਟ ਆਫ ਵਾਇਰਸ ਕਨੈਕਟਿੰਗ ਮਲਟੀਪਲ ਮੋਡਿਊਲਸ, ਠੀਕ ਹੈ। ਬੱਸ ਇੱਕ ਮਤਲਬ ਕਿ ਵਾਇਰਸ ਦਾ ਸੈੱਟ ਹੁੰਦਾ, ਠੀਕ ਹੈ, ਜਿਹੜਾ ਡਿਫਰੈਂਟ ਡਿਵਾਈਸਿਸ ਨੂੰ ਜਾਂ ਪ੍ਰੋਸੈਸਰਸ ਨੂੰ ਜਾਂ ਮੈਮਰੀ ਨੂੰ ਆਪਸ ਦੇ ਵਿੱਚ ਕਨੈਕਟ ਕਰਦਾ। ਬੱਸ ਦੀ ਜਿਹੜੀ ਬੱਸ ਕੀ ਆਪਾਂ ਨੂੰ ਸਟੈਂਡਰਡ ਜਿਹੜੀ ਫਲੈਕਸੀਬਿਲਿਟੀ ਉਹ ਪ੍ਰੋਵਾਈਡ ਕਰਾਉਂਦਾ। ਇਹ ਮਲਟੀਪਲ ਡਿਵਾਈਸਿਸ ਨੂੰ ਮਲਟੀਪਲ ਮੈਨੂਫੈਕਚਰਸ ਤੋਂ ਆਪਾਂ ਨੂੰ ਕਨੈਕਟ ਕਰਾਉਂਦਾ, ਠੀਕ ਹੈ। ਅਤੇ ਬੱਸ ਦੇ ਵਿੱਚ ਕੀ ਹੁੰਦਾ? ਸਿੰਕਰੋਨਸ ਅਤੇ ਅਸਿੰਕਰੋਨਸ ਦੋਨੋਂ ਟਾਸਕ ਹੁੰਦੇ ਨੇ। ਟਰਾਂਸਮਿਸ਼ਨ ਜਿਹੜਾ ਜ਼ਿਆਦਾਤਰ ਹੁੰਦਾ ਉਹ ਅਸਿੰਕਰੋਨਸ ਬੱਸ ਤੋਂ ਹੁੰਦਾ, ਠੀਕ ਹੈ। ਸਿੰਪਲ ਬੱਸ ਕਿਹੜੀ ਹੁੰਦੀ ਹੈ? ਤਾਂ ISA ਬੱਸ। ਇਹ ਕੀ ਹੈ? ਓਰੀਜਨਲ ਬੱਸ ਆਫ ਦਾ IBM PC। ਇਹ ਕੀ ਹੁੰਦੇ ਆ? IBM PC ਦੀ ਓਰੀਜਨਲ ਬੱਸ ਹੈ, ਜਿਹਦੇ ਵਿੱਚ
ਫੋਲੋਇੰਗ ਸਿਗਨਲਸ ਨੇ ਉਹ ਯੂਜ਼ ਹੁੰਦੇ ਨੇ, ਪਾਵਰ ਐਂਡ ਗਰਾਊਂਡ ਸਿਗਨਲਸ, 20 ਐਡਰੈਸ ਲਾਈਨਸ, 8 ਡੇਟਾ ਲਾਈਨਸ, ਮੈਮਰੀ ਰੀਡ, ਮੈਮਰੀ ਰਾਈਟ, ਇਹ ਵਾਲੇ ਆਪਰੇਸ਼ਨਸ ਨੇ ਜਿਹੜੇ ਬੱਸ ਦੇ ਥਰੂ ਹੁੰਦੇ ਨੇ। ਨੈਕਸਟ ਹੈਗਾ ਮੈਮਰੀ ਮੈਪਡ ਇਨਪੁਟ ਆਊਟਪੁੱਟ ਔਰ ਇਸੋਲੇਟਡ ਇਨਪੁਟ ਆਊਟਪੁੱਟ। CPU ਦੇ ਵਿੱਚ ਕਮਿਊਨੀਕੇਸ਼ਨ ਵਾਸਤੇ ਮੈਮਰੀ ਤੇ ਇਨਪੁਟ ਆਊਟਪੁੱਟ ਡਿਵਾਈਸਿਸ ਦੇ ਵਿਚਕਾਰ ਜਿਹੜੀ ਕਮਿਊਨੀਕੇਸ਼ਨ ਹੁੰਦੀ ਆ ਉਹਦੇ ਵਾਸਤੇ ਉਹਨੂੰ ਡਿਫਰੈਂਟ ਬੱਸਿਸ ਦੀ ਜ਼ਰੂਰਤ ਹੁੰਦੀ ਹੈ, ਜਿਹੜੀ ਮਤਲਬ ਕਿ ਉਹ ਸਿਸਟਮ ਬੱਸ ਦੇ ਥਰੂ ਕਮਿਊਨੀਕੇਟ ਕਰਦੇ ਨੇ। 3 ਵੇਜ਼ ਹੁੰਦੇ ਨੇ ਜਿਹਦੇ ਦੁਆਰਾ ਜਿਹੜੀ ਸਿਸਟਮ ਬੱਸ ਹੈ ਉਹ ਅਲੋਟ ਕਰਦੀ ਹੈ ਕੋਈ ਵੀ ਕੰਮ, ਠੀਕ ਹੈ। ਜਿਵੇਂ ਸੈਪਰੇਟ ਸੈੱਟ ਆਫ ਐਡਰੈਸ ਕੰਟਰੋਲ ਐਂਡ ਡੇਟਾ ਬੱਸ ਟੂ ਇਨਪੁਟ ਆਊਟਪੁੱਟ ਐਂਡ ਮੈਮਰੀ, ਠੀਕ ਹੈ। ਕਾਮਨ ਬੱਸ ਹੁੰਦੀ ਹੈ ਕਾਹਦੇ ਵਾਸਤੇ, ਇਨਪੁਟ ਆਊਟਪੁੱਟ ਐਂਡ ਮੈਮਰੀ, ਬਟ ਸੈਪਰੇਟ ਕੰਟਰੋਲ ਲਾਈਨਸ ਹੁੰਦੀਆਂ ਨੇ, ਠੀਕ ਹੈ। ਉਹਦੇ ਕੋਲ ਕਾਮਨ ਬੱਸ ਹੁੰਦੀ ਹੈ ਜਿਹੜੀ ਡੇਟਾ ਐਡਰੈਸ ਤੇ ਕੰਟਰੋਲ ਬੱਸਿਸ ਦੁਆਰਾ ਕੰਮ ਕਰਦੀ ਹੈ ਇਨਪੁਟ ਆਊਟਪੁੱਟ ਮੈਮਰੀ ਲਈ, ਠੀਕ ਹੈ। ਇਹਦੇ ਵਿੱਚ ਫਸਟ ਕੀ ਆ ਜਾਂਦੇ, ਇਸੋਲੇਟਡ ਇਨਪੁਟ ਆਊਟਪੁੱਟ, ਜਿਹਦੇ ਵਿੱਚ ਕੀ ਹੈ ਆਪਾਂ ਨੂੰ ਸਭ ਤੋਂ ਪਹਿਲਾਂ ਇਹਦੇ ਕਾਮਨ ਬੱਸ ਸਿਸਟਮ ਬਾਰੇ ਜਾਣਨਾ ਪਏਗਾ, ਠੀਕ ਹੈ। ਕਾਮਨ ਬੱਸ ਸਿਸਟਮ ਕੀ ਕਰਦੀ ਹੈ, ਇਨਪੁਟ ਆਊਟਪੁੱਟ ਡਿਵਾਈਸਿਸ ਦੇ ਵਿਚਕਾਰ ਕਮਿਊਨੀਕੇਟ ਕਰਦੀ ਹੈ, ਠੀਕ ਹੈ। ਜਦੋਂ ਕਹਿੰਦੇ CPU ਆ ਡਿਕੋਡ ਕਰਦਾ ਇੰਸਟਰਕਸ਼ਨ ਨੂੰ, ਉਸ ਤੋਂ ਬਾਅਦ ਜਿਹੜਾ ਡੇਟਾ ਉਹ ਇਨਪੁਟ ਆਊਟਪੁੱਟ ਡਿਵਾਈਸਿਸ ਦੇ ਕੋਲੇ ਜਾਂਦਾ, ਜਿਹਦੇ ਵਿੱਚ ਜਿਹੜੀ ਐਡਰੈਸ ਲਾਈਨ ਦੇ ਥਰੂ ਉਹਦਾ ਐਡਰੈਸ ਪਹਿਲਾਂ ਕਾਪੀ ਕੀਤਾ ਜਾਂਦਾ, ਫਿਰ ਇਨਪੁਟ ਆਊਟਪੁੱਟ ਰੀਡ ਜਾਂ ਰਾਈਟ ਆਪਰੇਸ਼ਨ ਕੰਟਰੋਲ ਲਾਈਨ ਦੇ ਥਰੂ ਅਸੈਸ ਹੁੰਦਾ, ਫਿਰ ਡੇਟਾ ਜਿਹੜਾ ਟਰਾਂਸਫਰ ਹੈ ਉਹ ਹੁੰਦਾ CPU ਤੇ ਇਨਪੁਟ ਆਊਟਪੁੱਟ ਡਿਵਾਈਸਿਸ ਦੇ ਵਿਚਕਾਰ, ਠੀਕ ਹੈ। ਜਿਹਦੇ ਵਿੱਚ ਕੀ ਜਿਹੜੀ ਐਡਰੈਸ ਸਪੇਸ ਹੈ ਆਫ ਮੈਮਰੀ ਐਂਡ ਇਨਪੁਟ ਆਊਟਪੁੱਟ ਇਸੋਲੇਟਡ ਐਂਡ ਦ ਨੇਮ ਇਜ਼ ਸੋ, ਠੀਕ ਹੈ। ਉਸ ਤੋਂ ਬਾਅਦ ਇਨਪੁਟ ਆਊਟਪੁੱਟ ਤੇ ਮੈਮਰੀ ਵਿਚਕਾਰ ਇਸੋਲੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਐਡਰੈਸ ਹੈ ਉਹਨੂੰ ਜਿਹੜੇ ਪੋਰਟਸ ਦੇ ਥਰੂ ਉਹ ਅੱਗੇ ਭੇਜਿਆ ਜਾਂਦਾ, ਠੀਕ ਹੈ। ਮੈਮਰੀ ਔਰ ਇਨਪੁਟ ਆਊਟਪੁੱਟ ਦੋ ਡਿਵਾਈਸਿਸ ਨੇ, ਮੈਮਰੀ ਕੰਟਰੋਲ ਲਾਈਨਸ ਨੇ, ਇਹਦੇ 'ਚ ਇਨਪੁਟ ਆਊਟਪੁੱਟ ਕੰਟਰੋਲ ਲਾਈਨਸ ਨੇ, ਠੀਕ ਹੈ। ਐਡਰੈਸ ਬੱਸ ਤੇ ਡੇਟਾ ਬੱਸ ਦੇ ਥਰੂ ਪਹਿਲਾਂ ਐਡਰੈਸ ਆਉਂਦਾ, ਫਿਰ ਉਹਦਾ ਡੇਟਾ ਮਿਲਦਾ, ਠੀਕ ਹੈ। ਸੇਮ ਇੱਧਰ ਹੈ, ਪਹਿਲਾਂ ਐਡਰੈਸ ਆਉਂਦਾ ਫਿਰ ਕੀ ਆਉਂਦਾ, ਡੇਟਾ ਆਉਂਦਾ, ਠੀਕ ਹੈ। ਇਹ ਇਸੋਲੇਟਡ ਇਨਪੁਟ ਆਊਟਪੁੱਟ ਡਿਵਾਈਸਿਸ ਸੀ। ਹੁਣ ਮੈਮਰੀ ਮੈਪਡ ਇਨਪੁਟ ਆਊਟਪੁੱਟ ਕੀ ਹੁੰਦਾ, ਇਹਦੇ 'ਚ ਜਦੋਂ ਸਿਰਫ ਸਿੰਗਲ ਮੈਮਰੀ ਦੇ ਨਾਲ ਇਨਪੁਟ ਆਊਟਪੁੱਟ ਹੁੰਦੀ ਹੈ, ਠੀਕ ਹੈ। ਮੈਮਰੀ ਦੇ ਨਾਲ ਐਡਰੈਸ ਬੱਸ, ਡੇਟਾ ਬੱਸ, ਕੰਟਰੋਲ ਬੱਸ, ਸਾਰੀਆਂ ਬੱਸਿਸ ਨੇ ਜਿਹੜੀਆਂ ਉਹ ਡੇਟਾ ਕਿਹਦੇ ਦੁਆਰਾ ਟਰਾਂਸਫਰ, ਸਿੱਧਾ ਮੈਮਰੀ ਨੂੰ ਟਰਾਂਸਫਰ ਕਰਦੀਆਂ ਨੇ, ਠੀਕ ਹੈ। ਹੁਣ ਇਹਨਾਂ 'ਚ ਡਿਫਰੈਂਸ ਕੀ ਹੈ, ਠੀਕ ਹੈ। ਮੈਮਰੀ ਐਂਡ ਇਨਪੁਟ ਆਊਟਪੁੱਟ ਹੈਵ ਸੈਪਰੇਟ ਐਡਰੈਸ ਸਪੇਸ ਹੁੰਦੀ ਹੈ ਇਹਦੇ 'ਚ ਮੈਮਰੀ ਤੇ ਇਨਪੁਟ ਆਊਟਪੁੱਟ ਨੂੰ ਡਿਫਰੈਂਟ ਐਡਰੈਸ ਸਪੇਸ ਹੁੰਦੀ ਹੈ, ਕਿਉਂਕਿ ਦੋਨੋਂ ਚੀਜ਼ਾਂ ਯੂਜ਼ ਹੁੰਦੀਆਂ ਨੇ। ਇਹਨਾਂ ਦੇ ਵਿੱਚ ਦੋਨਾਂ ਨੂੰ ਸੇਮ ਐਡਰੈਸ ਸਪੇਸ ਯੂਜ਼ ਹੁੰਦੀ ਹੈ, ਕਿਉਂਕਿ ਮੈਮਰੀ ਹੀ ਯੂਜ਼ ਹੁੰਦੀ ਹੈ, ਤਾਂ ਕਰਕੇ ਜਿਹੜਾ ਇਨਪੁਟ ਆਊਟਪੁੱਟ ਵੀ ਹੈ ਸਾਰਾ ਕੁਝ ਸੇਮ ਐਡਰੈਸ ਸਪੇਸ ਲੈਂਦੇ ਨੇ, ਠੀਕ ਹੈ। ਇਹਦੇ 'ਚ ਜਿਹੜੇ ਸਾਰੇ ਐਡਰੈਸ ਨੇ ਉਹ ਮੈਮਰੀ ਦੁਆਰਾ ਯੂਜ਼ ਹੁੰਦੇ ਨੇ, ਇਹਦੇ 'ਚ ਸਾਰੇ ਮਤਲਬ ਕਿ ਮੈਮਰੀ ਦੇ ਵਿਚਕਾਰ ਲੈਸ ਹੁੰਦੇ ਨੇ। ਇਨਪੁਟ ਆਊਟਪੁੱਟ ਐਡਰੈਸੇਬਲ ਮੈਮਰੀ ਜਿਹੜੀ ਯੂਜ਼ ਹੁੰਦੀ ਹੈ, ਇਹਦੇ 'ਚ ਇੰਸਟਰਕਸ਼ਨ ਜਿਹੜਾ ਕੰਟਰੋਲ ਹੈ ਸੈਪਰੇਟ ਹੁੰਦਾ ਰੀਡ ਤੇ ਰਾਈਟ ਆਪਰੇਸ਼ਨਸ ਵਾਸਤੇ। ਇਹਦੇ 'ਚ ਸੇਮ ਇੰਸਟਰਕਸ਼ਨ ਕੰਟਰੋਲ ਹੁੰਦੀਆਂ ਨੇ ਇਨਪੁਟ ਆਊਟਪੁੱਟ ਤੇ ਮੈਮਰੀ ਦੇ ਵਿਚਕਾਰ। ਇਹਦੇ ਵਿੱਚ ਜਿਹੜੇ ਇਨਪੁਟ ਆਊਟਪੁੱਟ ਐਡਰੈਸ ਹੁੰਦੇ ਨੇ ਉਹਨੂੰ ਪੋਰਟਸ ਕਿਹਾ ਜਾਂਦਾ। ਇਹਦੇ ਵਿੱਚ ਜਿਹੜੇ ਮੈਮਰੀ ਐਡਰੈਸ ਹੁੰਦੇ ਨੇ ਉਹਨਾਂ ਨੂੰ ਨੋਰਮਲ ਮੈਮਰੀ ਐਡਰੈਸਿਸ ਦੇ ਥਰੂ ਹੀ ਜਾਣਿਆ ਜਾਂਦਾ, ਠੀਕ ਹੈ। ਇਹਦੇ 'ਚ ਸੈਪਰੇਟ ਬੱਸਿਸ ਮੋਰ ਐਫੀਸ਼ੀਐਂਟ ਹੁੰਦੀਆਂ ਨੇ, ਇਹਦੇ 'ਚ ਲੈਸਰ ਐਫੀਸ਼ੀਐਂਟ ਹੁੰਦੀਆਂ ਨੇ। ਇਹ 'ਚ ਮਤਲਬ ਕਿ ਜ਼ਿਆਦਾ ਬੱਸਿਸ ਯੂਜ਼ ਹੁੰਦੇ ਤਾਂ ਕਰਕੇ ਸਾਈਜ਼ ਲਾਰਜ ਹੁੰਦਾ, ਇਹਦਾ ਸਾਈਜ਼ ਸਮੋਲ ਹੁੰਦਾ। ਇਹ ਕੰਪਲੈਕਸ ਹੁੰਦੀ ਹੈ ਕਿਉਂਕਿ ਇਹ 'ਚ ਡਿਫਰੈਂਟ ਲੌਜਿਕਸ ਨੇ ਹੁੰਦੀਆਂ ਨੇ, ਇਹਦੇ 'ਚ ਲੈਸਰ ਐਫੀਸ਼ੀਐਂਟ ਹੁੰਦੀਆਂ ਨੇ। ਇਹ 'ਚ ਮਤਲਬ ਕਿ ਜ਼ਿਆਦਾ ਬੱਸਿਸ ਯੂਜ਼ ਹੁੰਦੇ ਤਾਂ ਕਰਕੇ ਸਾਈਜ਼ ਲਾਰਜ ਹੁੰਦਾ, ਇਹਦਾ ਸਾਈਜ਼ ਸਮੋਲ ਹੁੰਦਾ। ਇਹ ਕੰਪਲੈਕਸ ਹੁੰਦੀ ਹੈ ਕਿਉਂਕਿ ਇਹ 'ਚ ਡਿਫਰੈਂਟ ਲੌਜਿਕਸ ਨੇ ਯੂਜ਼ ਹੁੰਦੇ ਨੇ ਕੰਟਰੋਲ ਵਾਸਤੇ। ਇਹ ਸਿੰਪਲਰ ਹੁੰਦੀ ਹੈ ਕਿਉਂਕਿ ਇਹਦੇ 'ਚ ਘੱਟ ਨੇ ਜਿਹੜੇ ਉਹ ਜਿਹੜੇ ਨੇ ਲੌਜਿਕਸ ਨੇ ਉਹ ਯੂਜ਼ ਹੁੰਦੇ ਨੇ। ਓਕੇ, ਥੈਂਕਸ ਐਵਰੀਵਨ।